ਕੀਤਾ ਜਾ ਰਿਹਾ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਉਹਨਾਂ ਦੇ ਵਕੀਲ ਸਾਹਿਬ ਨਾਲ ਗੱਲ ਕਰਦੇ ਹੋਇਆ ਸੀ ਅਤੇ ਅੱਜ ਅਜੇ ਤੱਕ ਉਸ ਲਾਸ਼ ਦਾ ਸੰਸਕਾਰ ਨਹੀਂ ਕੀਤਾ ਅਤੇ ਉਹਨਾਂ ਦੇ ਫਾਦਰ ਦਾ ਕਹਿਣਾ ਹੈ ਕਿ ਉਹ ਕੋਰਟ ਵਿੱਚ ਕੇਸ ਕਰਨਗੇ ਅਤੇ ਲਾਸ਼ ਦਾ ਜਿਹੜਾ ਵਾ ਉਹਨਾਂ ਦੀ ਡੈੱਡ ਬੋਡੀ ਦਾ ਫਿਰ ਪੋਸਟਮਾਰਟਮ ਕਰਾਇਆ ਜਾਏਗਾ। ਅਸੀਂ ਅੱਜ ਉਹਨਾਂ ਦੇ ਵਕੀਲ ਸਾਹਿਬ ਕੋਲ ਆਏ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ ਪੂਰੀ ਕਹਾਣੀ ਕੀ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਇਹਦੇ ਵਿੱਚ ਜਿਹੜਾ ਜੈਪਾਲ ਹੋਇਆ, ਉਹਨਾਂ ਦਾ ਐਨਕਾਊਂਟਰ ਹੋਇਆ ਵਾ ਪਿਛਲੇ ਦਿਨੀ, ਉਹਦੇ ਵਿੱਚ ਜੋ ਵੀ ਇਸ ਟਾਈਮ ਪੁਲਿਸ ਦੀ ਭੂਮਿਕਾ ਸ਼ੱਕੀ ਮੰਨੀ ਜਾ ਰਹੀ ਹੈ, ਤੁਸੀਂ ਉਸ ਨੂੰ ਕਿਸ ਦਿਸ਼ਾ ਨਾਲ ਦੇਖਦੇ ਆ? ਜੇ ਉਹਨਾਂ ਦੇ ਜਿਹੜੇ ਫਾਦਰ ਕਹਿ ਰਹੇ ਹੈਗਾ ਅਸੀਂ ਕੋਰਟ ਕੇਸ ਕਰਨਾ ਵਾ, ਉਹਦੀ ਦਿਸ਼ਾ ਕੀ ਹੈਗੀ ਹੈ? ਇਹ ਲਾਸਟ ਵੀਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੈਪਾਲ ਇਹਦੇ ਨਾਲ ਲੜਕਾ ਜਸਪ੍ਰੀਤ ਸਿੰਘ ਖੱਟੜ ਤੋਂ ਦੋਨਾਂ ਦਾ ਜਿਹੜਾ ਸੀ ਪੰਜਾਬ ਪੁਲਿਸ ਨੇ ਇੱਕ ਜੁਆਇੰਟ ਆਪਰੇਸ਼ਨ 'ਚ ਕੈਲਕੱਟਾ ਦੇ ਵਿੱਚ ਐਨਕਾਊਂਟਰ ਕੀਤਾ ਹੈ। ਉਹ ਜਦੋਂ ਉਹਨਾਂ ਦੀਆਂ ਡੈੱਡ ਬੋਡੀਜ਼ ਦਾ ਪੋਸਟਮਾਰਟਮ ਤੋਂ ਬਾਅਦ ਇੱਥੇ ਪਹੁੰਚੀਆਂ ਨੇ ਆਪਦੇ ਏਰੀਏ 'ਚ, ਇਹ ਜਿਹੜਾ ਜੈਪਾਲ ਭੁੱਲਰ ਹੈ ਇਹਦੇ ਫਾਦਰ ਰਿਟਾਇਰਡ ਪੁਲਿਸ ਆਫੀਸਰ ਨੇ। ਜਦੋਂ ਬਾਡੀ ਦਾ ਸੰਸਕਾਰ ਕਰਨਾ ਸੀ, ਉਹਨਾਂ ਨੇ ਦੇਖਿਆ ਹੈ ਕਿ ਜਿਹੜੀਆਂ ਬਾਡੀ ਦੇ ਉੱਪਰ ਇੰਜਰੀਜ਼ ਹੈਗੀਆਂ ਨੇ ਟਾਰਚਰ ਦੀਆਂ, ਉਹਨਾਂ ਨੇ ਫਿਰ ਮੈਨੂੰ ਉਹਦੀਆਂ ਫੋਟੋਗ੍ਰਾਫਸ ਭੇਜੀਆਂ। ਜਦੋਂ ਮੈਂ ਫੋਟੋਗ੍ਰਾਫਸ ਨੂੰ ਡੀਪਲੀ ਦੇਖਿਆ, ਉਹਦੇ ਵਿੱਚ ਅਸੀਂ ਦੇਖਿਆ ਕਿ ਜਿਹੜੀਆਂ ਸ਼ੂਟ ਕੀਤਾ ਉਹ ਪੁਆਇੰਟ ਬਲੈਂਕ ਤੋਂ ਕੀਤਾ ਇਹਨਾਂ ਨੇ। ਉਹਦੇ ਕਰਕੇ ਜਿਹੜੀ ਇੰਜਰੀ ਦੀ ਨੇਚਰ ਸੀ, ਫਿਰ ਮੈਂ ਫੈਮਿਲੀ ਨੂੰ ਗਾਈਡ ਕੀਤਾ ਕਿ ਇਹ ਜਿਹੜਾ ਟਾਰਚਰ ਮੈਟਰ ਹੈ ਔਰ ਇਹ ਜਿਹੜਾ ਮੈਟਰ ਹੈ ਇਨਕਾਊਂਟਰ ਨਹੀਂ ਹੈਗਾ, ਇਹ ਫੇਕ ਇਨਕਾਊਂਟਰ ਦਾ ਮੈਟਰ ਹੈ। ਸੋ ਫੈਮਿਲੀ ਜਿਹੜੀ ਸੀ ਉਹ ਡਿਪਟੀ ਕਮਿਸ਼ਨਰ ਕੋਲ ਗਈ ਕਿ ਇਹਦਾ ਸੈਕਿੰਡ ਪੋਸਟਮਾਰਟਮ ਹੋਣਾ ਚਾਹੀਦਾ ਹੈ, ਜਿਹੜਾ ਕਿ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਹੈ। ਸੋ ਮੈਂ ਫੈਮਿਲੀ ਨੂੰ ਗਾਈਡ ਕੀਤਾ। ਮੇਰੀ ਪਰਸਨਲ ਐਡਵਾਈਸ ਸੀ ਕਿ ਜਿਹੜਾ ਸਿਵਲ ਸਰਜਨ ਅਤੇ ਜਿਹੜੇ ਲੋਕਲ ਮੈਡੀਕਲ ਬੋਰਡ ਹੁੰਦੇ ਨੇ ਜ਼ਿਲ੍ਹਾ ਲੈਵਲ 'ਤੇ, ਇਹ ਪੁਲਿਸ ਦੇ ਪ੍ਰੈਸ਼ਰ ਤੋਂ ਬਾਹਰ ਨਹੀਂ ਹੁੰਦਾ ਔਰ ਅਸੀਂ ਇੱਕ ਦੋ ਕੇਸਾਂ 'ਚ ਨੋਟਿਸ ਵੀ ਕੀਤਾ। ਸੋ ਕੱਲ੍ਹ ਅਸੀਂ ਜਿਹੜੇ ਸੁਪਰੀਮ ਕੋਰਟ ਦੇ ਔਰ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਨੇ, ਉਹਨਾਂ ਨੂੰ ਆਪਾਂ ਇੱਕ ਈਮੇਲ ਕੀਤੀ ਸੀ। ਉਸ ਈਮੇਲ ਦੇ ਵਿੱਚ ਆਪਾਂ ਕੋਰਟ ਨੂੰ ਬੜਾ ਬਰੀਫ ਕੀਤਾ ਸੀ ਕਿ ਆਹ ਜਿਹੜੇ ਅਸੀਂ ਟਾਰਚਰ ਦੀ ਇੰਜਰੀਜ਼ ਨੇ ਉਹ ਬਾਡੀ 'ਤੇ ਫਾਈਂਡ ਆਊਟ ਕੀਤੀਆਂ ਨੇ, ਉਹਦਾ ਜਿਹੜਾ ਵਾ ਸੈਕਿੰਡ ਪੋਸਟਮਾਰਟਮ ਹੋਣਾ ਚਾਹੀਦਾ, ਜਿਹੜਾ ਕਿ ਏਮਸ ਚਾਹੇ PGI ਤੋਂ ਹੋਣਾ ਚਾਹੀਦਾ, ਸੋ ਡੈਟ ਇੱਕ ਸਾਨੂੰ ਰਿਪੋਰਟਸ ਮਿਲ ਜਾਣ ਵੀ ਇਹ ਬੰਦੇ ਜਿਹੜੇ ਹੈ ਕਿੰਨਾ ਕੁ ਟਾਰਚਰ ਹੋਏ ਨੇ ਮਰਡਰ ਤੋਂ ਪਹਿਲੇ, ਔਰ ਕਿਹੜੀਆਂ ਇੰਜਰੀਜ਼ ਹੈਗੀਆਂ ਨੇ ਜਿਹੜੀਆਂ ਵੀ ਇਹ ਜਿਹੜੇ ਬੰਦਿਆਂ ਨੂੰ ਜਿਹੜਾ ਸ਼ੂਟ ਕੀਤਾ ਹੈਗਾ ਵਾ ਕਿਸ ਰੇਂਜ ਤੋਂ ਕੀਤਾ ਹੈ। ਇਹ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਸ਼ਾਰਟ ਰੇਂਜ ਤੋਂ ਮਾਰਿਆ ਗਿਆ ਹੈ ਕਿ ਲੰਬੀ ਦੂਰੀ ਤੋਂ ਮਾਰਿਆ ਗਿਆ ਹੈ। ਉਹਦੇ ਵਿੱਚ ਅਸੀਂ ਕੋਰਟ ਨੂੰ ਇਹ ਬੜਾ ਕਲੀਅਰ ਕੀਤਾ ਵੀ ਜਿਹੜਾ ਆਰਟੀਕਲ 21 ਹੈਗਾ ਕੌਂਸਟੀਟਿਊਸ਼ਨ ਆਫ ਇੰਡੀਆ ਦਾ, ਉਹ ਕਹਿੰਦਾ ਕਿ no one shall be deprived from his life except duly procedure established by law। ਕਿਸੇ ਵੀ ਬੰਦੇ ਦਾ ਕਤਲ ਕਰਨਾ ਜਿਹੜਾ ਪੁਲਿਸ ਦਾ ਕੰਮ ਨਹੀਂ ਹੈਗਾ। ਪੁਲਿਸ ਦਾ ਕੰਮ ਹੈ ਬੰਦੇ 'ਤੇ FIR ਕਰਨਾ, ਉਹਨੂੰ ਅਰੈਸਟ ਕਰਨਾ ਹੈ, ਬੰਦੇ ਨੂੰ ਫਾਂਸੀ ਦੇਣੀ ਹੈ ਕਿ ਉਹਨੂੰ ਉਮਰ ਕੈਦ ਦੇਣੀ ਹੈ, ਇਹ ਕੋਰਟ ਦਾ ਕੰਮ ਹੈ। ਔਰ ਜਿਹੜਾ ਸਾਡਾ ਕਾਨੂੰਨ ਹੈਗਾ ਇਹਦਾ ਆਰਟੀਕਲ 20 ਕੌਂਸਟੀਟਿਊਸ਼ਨ ਆਫ ਇੰਡੀਆ ਦਾ ਕ੍ਰਿਮੀਨਲ ਲਾਅ ਦੇ ਵਿੱਚ ਬੜਾ ਕਲੀਅਰ ਹੈ ਕਿ ਜਦ ਤੱਕ ਬੰਦਿਆਂ ਦੇ ਖਿਲਾਫ ਫਾਈਂਡਿੰਗਸ ਨਹੀਂ ਆ ਜਾਂਦੀਆਂ, ਕੋਰਟ ਗਿਲਟੀ ਡਿਕਲੇਅਰ ਨਹੀਂ ਕਰਦੀ, ਉਦੋਂ ਤੱਕ ਆਪਾਂ ਬੰਦੇ ਦੇ ਜਿਹੜਾ ਇਨੋਸੈਂਟ ਪ੍ਰਜ਼ਿਊਮ ਕੀਤਾ ਜਾਂਦਾ ਹੈ। ਸੋ ਅਸੀਂ ਉਹ ਈਮੇਲ ਦੇ ਵਿੱਚ ਕੋਰਟ ਨੂੰ ਦੱਸਿਆ ਹੈ ਵੀ ਜਿਹੜਾ ਇਹ ਇੰਡੀਅਨ ਸਟੇਟ ਹੈਗੀ ਹੈ, ਇਹਦਾ ਗਾਈਡਿੰਗ ਸਪਿਰਿਟ ਹੈਗੀ ਹੈ ਮਹਾਤਮਾ ਗਾਂਧੀ ਦਾ ਨੋਨ ਵਾਇਲੈਂਸ ਦਾ ਪ੍ਰਿੰਸੀਪਲ। ਆਈ ਫਾਰ ਆਈ ਜਿਹੜੀ ਹੈਗੀ ਹੈ ਥਿਊਰੀ ਹੈ, ਇਹ ਡੈਮੋਕ੍ਰੈਟਿਕ ਸਟੇਟ ਦੀ ਥਿਊਰੀ ਨਹੀਂ ਹੋ ਸਕਦੀ। ਸੋ ਬੜਾ ਐਕਸੈਪਸ਼ਨਲ ਸਰਕਮਸਟੈਂਸਸ ਨੇ ਕਿ ਡੈੱਡ ਬੋਡੀ ਬੰਦਿਆਂ ਦੇ ਘਰ 'ਚ ਪਈ ਹੋਈ ਹੈ, ਕੋਰਟਸ ਬੰਦ ਹੈਗੀਆਂ ਨੇ। ਸੋ ਅਸੀਂ ਕੋਰਟ ਨੂੰ ਪ੍ਰੇ ਕੀਤੀ ਹੈ ਵੀ ਤੁਸੀਂ ਇਹਦਾ ਸਿਓਮੋਟੋ ਲਓ, ਇਹਦਾ ਜਿਹੜਾ ਪੋਸਟਮਾਰਟਮ ਹੈ ਉਹ ਪੰਜਾਬ ਗੌਰਮੈਂਟ ਨੂੰ ਆਰਡਰ ਕੀਤਾ ਜਾਏ, ਚਾਹੇ PGI ਤੋਂ ਕਰਾਇਆ ਚਾਹੇ ਏਮਸ ਤੋਂ ਕਰਾਇਆ ਜਾਏ। ਸਰ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਮੰਨ ਲਓ ਕਿ ਉਹਨਾਂ ਦਾ ਐਨਕਾਊਂਟਰ ਪੁਲਿਸ ਨੇ ਕੀਤਾ, ਕਿ ਉਹ ਜੈਪਾਲ ਭੁੱਲਰ ਜਿਉਂਦਾ ਨਹੀਂ ਸੀ ਫੜਿਆ ਜਾ ਸਕਦਾ? ਦੇਖੋ ਇਹ ਫ਼ਰਕ ਹੈਗਾ, ਜਿਹੜੇ ਯੂਰਪੀਅਨ ਪੁਲਿਸ ਫੋਰਸਿਸ ਨੇ, ਜਿਹੜੇ ਡਿਵੈਲਪਡ ਨੇਸ਼ਨਸ ਦੀ ਪੁਲਿਸ ਨੇ, ਉਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਸਿਖਾਇਆ ਜਾਂਦਾ ਹੈ ਵੀ ਬੰਦਾ ਫੜਨਾ ਕਿਵੇਂ ਹੈ, ਫਿਰ ਉਹਨੂੰ ਫੜ ਕੇ ਹੈਂਡਲ ਕਿਵੇਂ ਕਰਨਾ ਹੈਗਾ। ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਹੈ, ਇਹਨੂੰ ਤਾਂ ਦੋ ਹੀ ਤਰੀਕੇ ਪਤਾ ਵੀ ਜੇ ਬੰਦੇ ਦੀ ਸਿਫਾਰਿਸ਼ ਨਹੀਂ ਹੈਗੀ ਉਹਨੂੰ ਫੜ ਕੇ ਕੁੱਟੋ, ਜੇ ਉਸ ਤੋਂ ਵੱਧ ਕਰਨਾ ਤਾਂ ਉਹਨੂੰ ਮਾਰ ਦਿਓ। ਹੁਣ ਜਿਹੜੇ ਸਾਡੇ DGP ਦਿਨਕਰ ਗੁਪਤਾ ਨੇ ਪੰਜਾਬ ਪੁਲਿਸ ਦੇ, ਇਹ ਬੜੇ ਕੰਪੀਟੈਂਟ ਪੁਲਿਸ ਅਫਸਰ ਹੈਗੇ ਨੇ, ਇਹਨਾਂ ਨੇ ਵੱਡੇ ਵੱਡੇ ਆਪਰੇਸ਼ਨਸ ਵੀ ਕੀਤੇ ਨੇ।
ਸੋ ਇੱਕ ਪਾਸੇ ਤੇ ਜਿਹੜੀ ਸਾਡੀ ਸਟੇਟ ਕਲੇਮ ਕਰਦੀ ਹੈ ਵੀ ਸਾਡੀ ਜਿਹੜੀ ਪੁਲਿਸ ਹੈ ਬਹੁਤ ਐਡਵਾਂਸ ਸਟੇਜ ਤੇ ਚਲੇ ਗਈ ਹੈ, ਯੂਐਸ ਦਾ ਮੁਕਾਬਲਾ ਕਰਦੀ ਹੈ। ਤੇ ਹਰ ਜੈਨੂਅਨ ਬੰਦੇ ਨੂੰ ਪਤਾ ਵੀ ਉੱਥੇ 2 ਬੰਦਿਆਂ ਨੂੰ ਇੱਕ ਫਲੈਟ ਦੇ ਵਿੱਚ ਜਿਉਂਦੇ ਫੜਿਆ ਜਾ ਸਕਦਾ ਸੀ, ਜਿਹੜੀ ਇਹਨਾਂ ਨੇ ਐਫਰਟ ਨਹੀਂ ਕੀਤੀ। ਇਹ ਜਿਹੀ ਜਿਉਂਦੇ ਲੈ ਕੇ ਆਉਂਦੇ, ਅਸੀਂ ਮਹਿਸੂਸ ਕਰਦੇ ਹਾਂ ਵੀ ਉਹਨਾਂ ਦੇ ਖਿਲਾਫ ਪੁਲਿਸ ਐਵੀਡੈਂਸ ਲੈ ਕੇ ਆਉਂਦੀ, ਜਿਹੜੀ ਕੋਰਟ ਹੈ ਉਹ ਇਹਨਾਂ ਨੂੰ ਕਨਵਿਕਟ ਕਰਦੀ। ਇਹ ਲੋਕਾਂ ਲਈ ਵੀ ਜਿਹੜਾ ਸੀ ਫਿਰ ਐਗਜ਼ਾਮਪਲ ਬਣਦਾ ਕਿ ਜੇ ਕ੍ਰਾਈਮ ਕਰੋਗੇ ਤਾਂ ਤੁਹਾਨੂੰ ਆਹ ਸਫਰ ਕਰਨਾ ਪਊਗਾ। ਸਿਮਰਨ ਜੀ, ਇੱਕ ਸਾਡਾ ਹੋਰ ਸਵਾਲ ਹੈਗਾ ਕਿ ਕੱਲ ਜਿਸ ਤਰ੍ਹਾਂ ਤੁਸੀਂ ਪਟੀਸ਼ਨ ਫਾਈਲ ਕਰ ਰਹੇ ਜੇ, ਕੀ ਪਰਿਵਾਰ ਵੀ ਉੱਥੇ ਜਾ ਰਿਹਾ? ਬਿਲਕੁਲ, ਜਿਹੜੇ ਫਾਦਰ ਹੈਗੇ ਨੇ ਜੈਪਾਲ ਦੇ, ਸਰਦਾਰ ਭੁਪਿੰਦਰ ਸਿੰਘ ਨੇ, ਉਹ ਸਵੇਰੇ ਆ ਰਹੇ ਨੇ, ਕਿਉਂਕਿ ਸਾਡੀ ਜਿਹੜੀ ਈਮੇਲ ਅਸੀਂ ਭੇਜੀ ਸੀ ਕੋਰਟ ਨੂੰ, ਔਰ ਤੇ ਅਜੇ ਤੱਕ ਸੋ ਮੋਟੋ ਹੋਇਆ ਨਹੀਂ। ਸਵੇਰੇ ਜਿਹੜੀ ਫੈਮਿਲੀ ਹੈ ਫਿਰ ਅਸੀਂ ਉਹ ਸਾਰੇ ਪ੍ਰੂਫਸ ਜਿਹੜੇ ਹੈਗੇ ਨੇ, ਇੰਜਰੀਜ਼ ਜਿਹੜੀਆਂ ਹੋਈਆਂ ਨੇ ਟਾਰਚਰ ਕਰਕੇ, ਉਹ ਸਾਰੇ ਕੋਰਟ 'ਚ ਲੈ ਕੇ ਜਾਵਾਂਗੇ। ਔਰ ਉਹਦੇ ਵਿੱਚ ਅਸੀਂ ਦੱਸਿਆ ਕੋਰਟ ਨੂੰ ਕਿ ਇੱਥੇ ਸੁਪਰੀਮ ਕੋਰਟ ਦੀਆਂ, ਸਾਡੀਆਂ ਹਾਈ ਕੋਰਟ ਦੀਆਂ ਨੰਬਰ ਆਫ ਜਜਮੈਂਟਸ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਸੈਕਿੰਡ ਪੋਸਟਮਾਰਟਮ ਹੋ ਸਕਦਾ ਹੈ। ਸਰ, ਇੱਕ ਹੋਰ ਸਵਾਲ ਹੈਗਾ ਸਾਡਾ ਕਿ ਤੁਸੀਂ ਜੋ ਇਹ ਐਨਕਾਊਂਟਰ ਪੁਲਿਸ ਨੇ ਕੀਤਾ, ਇਸ ਨੂੰ ਮਤਲਬ ਕਿ ਤੁਹਾਡਾ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਕਾਫੀ ਹੋਰ ਵੀ ਕੇਸਿਸ ਆਏ ਹੋਣਗੇ, ਤੁਸੀਂ ਇਸ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਕਿ ਵਾਕਈ ਹੀ ਮਤਲਬ ਕਿ ਉਹਨਾਂ ਦਾ ਐਨਕਾਊਂਟਰ ਹੋਇਆ, ਜਾਂ ਉਹ ਜਿੰਦੇ ਫੜੇ ਜਾ ਸਕਦੇ ਸੀ, ਜਾਂ ਪੁਲਿਸ ਦੀ ਮਜਬੂਰੀ ਸੀ ਉਹਨਾਂ ਨੂੰ ਮਾਰਨਾ? ਮਤਲਬ ਉਹ ਇੱਕ ਰਾਏ ਵਾ, ਉਹ ਕੀ ਦੇ ਸਕਦੇ ਹੋ? ਦੇਖੋ, ਸਾਡਾ ਵਿਊ ਤਾਂ ਬਹੁਤ ਕਲੀਅਰ ਹੈ। ਅਸੀਂ ਸਿੰਸ ਤੁਸੀਂ ਵੇਖੋਗੇ ਗੁਰਦਾਸਪੁਰ ਦੇ ਵਿੱਚ ਇੱਕ 2012 ਦੇ ਵਿੱਚ ਲੜਕਾ ਮਰਡਰ ਹੋਇਆ ਹੈ, ਜਸਪਾਲ ਸਿੰਘ। ਅੱਜ 9 ਸਾਲ ਹੋ ਗਏ ਨੇ। ਪੁਲਿਸ ਨੇ ਇੰਨੀਆਂ ਫੈਬਰੀਕੇਟਡ ਰਿਪੋਰਟਸ ਲੈ ਕੇ ਆਈਆਂ ਨੇ, ਵੱਖੋ ਵੱਖਰੇ ਵਿਊ ਸੀ। ਕਦੇ ਕਹਿੰਦੇ ਸੀ ਕੰਧ 'ਚ ਗੋਲੀ ਵੱਜ ਕੇ ਇਹਦੇ ਪੇਟ 'ਚੋਂ ਲੰਘ ਗਿਆ। ਟਿਲ ਡੇਟ ਉਹਦਾ ਕਾਤਲ ਇਹਨਾਂ ਨੇ ਕੋਈ ਨਹੀਂ ਫੜਿਆ। ਹੁਣ ਰੀਸੈਂਟਲੀ ਇੱਕ ਸਪੋਰਟਸ ਕੋਚ ਜਿਹੜਾ ਸੀ, ਉਹਨੂੰ ਨਸ਼ੇ ਦੇ ਤਸਕਰਾਂ ਨੇ ਜਿਹੜਾ ਸੀ ਉਹਨੂੰ ਕਤਲ ਕਰ ਦਿੱਤਾ ਹੈ। ਉਹਦੇ ਕਾਤਲ ਪੁਲਿਸ ਨੇ ਨਹੀਂ ਫੜੇ। ਜਿਹੜੀ ਇਹ ਸਾਰੀ ਗੱਲ ਹੈ, ਮਤਲਬ ਚਾਹੇ ਉਹ ਡਿੰਪੀ ਹੈਗਾ ਗੈਂਗਸਟਰ, ਚਾਹੇ ਉਹ ਰੌਕੀ ਸੀ, ਚਾਹੇ ਉਹ ਵਿੱਕੀ ਗੌਂਡਰ ਸੀ, ਚਾਹੇ ਉਹ ਇਹ ਹੈਗੇ ਨੇ, ਬੀਇੰਗ ਹਿਊਮਨ ਰਾਈਟਸ ਐਕਟਿਵਿਸਟ ਅਸੀਂ ਫੀਲ ਕਰਦੇ ਹਾਂ ਕਿ ਇਹਨਾਂ ਸਾਰਿਆਂ ਪਿੱਛੇ ਸਿਆਸਤਦਾਨ ਤੇ ਵੱਡੇ ਵੱਡੇ ਪੁਲਿਸ ਅਫਸਰ ਇਨਵੋਲਵ ਹੈਗੇ ਨੇ। ਅਗਰ ਸੈਂਟਰ ਦੀ ਗੌਰਮੈਂਟ CBI ਤੋਂ ਇਹ ਜਾਂਚ ਕਰਾਉਂਦੀ ਹੈ ਤਾਂ ਇਹਦੇ ਵਿੱਚ ਬੜਾ ਕੁਛ ਨੰਗਾ ਹੋਏਗਾ ਕਿ 120 ਦੇ ਵਿੱਚ ਇਹ ਜਿਹੜੇ ਵੱਡੇ ਵੱਡੇ ਪੁਲਿਸ ਅਫਸਰਸ ਹੈਗੇ ਨੇ, ਜਿਹੜੇ ਵੱਡੇ ਵੱਡੇ ਲੀਡਰ ਹੈਗੇ ਨੇ, ਉਹ ਵੀ ਕਾਬੂ ਆਉਣਗੇ। ਮੈਂ ਇਹ ਕੋਰਟ ਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਵੇਖਿਆ ਹੋਣਾ ਪਿੱਛੇ ਜੇ ਇੱਕ 600 ਕਰੋੜ ਦਾ ਜਿਹੜਾ ਡਰੱਗ ਸਕੈਮ ਸੀ, ਉਹ ED ਨੇ ਐਕਸਪੋਜ਼ ਕੀਤਾ ਸੀ ਜਲੰਧਰ 'ਚ। ਉਹ ਜਿਹੜਾ 600 ਕਰੋੜ ਦਾ ਸਕੈਮ ਸੀ, ਉਹਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਜਿਹੜਾ ex-SP ਸੀ ਜਗਦੀਸ਼ ਭੋਲਾ, ਉਹ ਵੀ ਆਇਆ ਹੈ। ਇੱਕ ਮਾਝੇ ਦੇ ਬਹੁਤ ਵੱਡੇ ਅਕਾਲੀ ਲੀਡਰ ਦੇ ਜਿਹੜੇ ਰਾਈਟ ਹੈਂਡ ਬੰਦੇ ਸੀ ਜਨਾਲੇ 'ਚ, ਉਹ ਵੀ, ਉਹਨਾਂ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ। ਜਦੋਂ ਉਹ ਜਿਹੜੀ ਇਨਵੈਸਟੀਗੇਸ਼ਨ ਦੀ ਜੱਟ ਸੀ ਵੱਡੇ ਵੱਡੇ ਲੀਡਰਾਂ ਦੇ ਘਰ ਤੱਕ ਪਹੁੰਚਣੀ ਸ਼ੁਰੂ ਹੋ ਗਈ ਤਾਂ ਸਾਰਾ ਕੁਝ ਇੱਕਦਮ ਬੰਦ ਹੋ ਗਿਆ। ਉਸ ਕੇਸ ਵਿੱਚ ਵੀ 6000 ਕਰੋੜ ਦਾ ਇਹ ਡਰੱਗ ਸਕੈਮ ਸੀ, ਜਿਹਦੇ 'ਚ ED ਨੇ 600 ਕਰੋੜ ਨੂੰ ਕਵਰ ਕੀਤਾ ਹੈ। 5400 ਕਰੋੜ ਦੀ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ। ਇਹ ਛੋਟੇ ਛੋਟੇ ਮੁੰਡਿਆਂ ਨੂੰ, ਸਪੋਰਟਸ ਪਰਸਨਸ ਨੂੰ, ਪਹਿਲੇ ਇਹ ਕਿਹੜੇ ਲੋਕ ਨੇ ਜਿਹੜੇ ਪਹਿਲੇ ਮਿਸਲੀਡ ਕਰਦੇ ਨੇ, ਫਿਰ ਨਸ਼ੇ ਪਾਸੇ ਲਿਜਾਂਦੇ ਨੇ, ਫਿਰ ਇਹਨਾਂ ਨੂੰ ਕਹਿੰਦੇ ਨੇ ਜੀ ਇਹ ਡਰੱਗ ਡੀਲਰ ਹੈਗੇ ਨੇ। ਜੇ CBI ਕੋਈ ਇਸ ਕਿਸਮ ਦਾ ਕਮਿਸ਼ਨ ਬਣਾਉਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਬਹੁਤ ਵੱਡੇ ਲੀਡਰ, ਬਹੁਤ ਵੱਡੇ ਅਫਸਰ ਹੈਗੇ ਨੇ, ਉਹਨਾਂ ਦੀਆਂ ਜਿਹੜੀਆਂ ਰੂਟਸ ਨੇ, ਜਿਹੜੀ ਉਹਨਾਂ ਦੀ ਜੜ ਹੈ, ਉਹ ਵੀ ਇਸ ਧੰਦੇ ਦੇ ਵਿੱਚ ਚਲੇ ਜਾਊਗੀ। ਔਰ ਜਦੋਂ ਤੱਕ ਆਪਾਂ ਇਹਨਾਂ ਲੀਡਰਾਂ ਨੂੰ ਔਰ ਇਹਨਾਂ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਨੱਥ ਨਹੀਂ ਪੈਂਦੀ, ਇਹਨਾਂ ਦੇ ਖਿਲਾਫ ਇਨਵੈਸਟੀਗੇਸ਼ਨਸ ਕਰਕੇ ਇਹਨਾਂ ਨੂੰ FIR ਦੇ ਘੇਰੇ ਵਿੱਚ ਨਹੀਂ ਲਿਆਉਂਦੇ, ਇਹ ਜਿਹੜਾ ਕੰਮ ਆ ਪੰਜਾਬ 'ਚ ਬੰਦ ਨਹੀਂ ਹੋਊਗਾ। ਸਰ, ਇੱਕ ਸਵਾਲ ਸਾਡਾ ਹੋਰ, ਜਿਸ ਤਰ੍ਹਾਂ ਪੰਜਾਬ ਪੁਲਿਸ ਆਏ ਦਿਨ ਕੋਈ ਨਾ ਕੋਈ ਐਨਕਾਊਂਟਰ ਕਰਦੀ ਹੈ, ਕਦੇ ਨਿਹੰਗ ਜਿਹੜੇ ਨੇ ਉਹ ਮਾਰੇ ਜਾਂਦੇ ਨੇ, ਜਿਸ ਤਰ੍ਹਾਂ ਕੁਝ ਗੈਂਗਸਟਰ ਜਿਹੜਾ ਮਤਲਬ ਉਹਨਾਂ ਨੂੰ ਮਾਰਿਆ ਜਾਂਦਾ, ਕੀ ਮਾਰਨਾ ਹੀ ਇਸ ਚੀਜ਼ ਦਾ ਹੱਲ ਹੈ ਜਾਂ ਕੋਈ ਹੋਰ ਵੀ ਤਰੀਕੇ ਨਾਲ ਇਹਨਾਂ ਦੀ ਰੋਕਥਾਮ ਹੋ ਸਕਦੀ ਹੈ? ਸਭ ਤੋਂ ਪਹਿਲੇ ਤਾਂ ਜਿਹੜੀ ਪੁਲਿਸ ਦੀ ਹੈਗੀ ਹੈ, ਇਹਦੀ ਪੰਜਾਬ ਪ੍ਰਤੀ ਬੜੀ ਡਿਫਰੈਂਟ ਅਪਰੋਚ ਹੈ। ਪਹਿਲੇ ਕਹਿੰਦੇ ਸੀ ਵੀ ਅੱਤਵਾਦੀ ਹੈਗੇ ਨੇ, ਫਿਰ ਕਹਿੰਦੇ ਨੇ ਜੀ ਇਹ ਮਿਲੀਟੈਂਟ ਹੈਗੇ ਨੇ, ਫਿਰ ਇਹ ਵਰਡ ਲੈ ਕੇ ਆਏ ਨੇ ਰੈਡੀਕਲਸ ਹੈਗੇ ਨੇ। ਹੁਣ ਇਹ ਕਹਿੰਦੇ ਨੇ ਕਿ ਪੰਜਾਬ ਦੇ ਮੁੰਡੇ ਜਿਹੜੇ ਡਰੱਗੀ ਹੋ ਗਏ ਨੇ, ਕੋਈ ਕਹਿੰਦਾ ਸੀ ਡਰੱਗ ਡੀਲਰਸ ਬਣ ਗਏ ਨੇ। ਇਹ ਪੁਲਿਸ ਦੀ ਜਿਹੜੀ ਆਪ ਦੀਆਂ ਕ੍ਰੀਏਟ ਕੀਤੀਆਂ ਹੋਈਆਂ ਥਿਊਰੀਜ਼ ਨੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਲਈ ਇੰਟਰਨੈਸ਼ਨਲ ਲੈਵਲ 'ਤੇ। ਸੋ ਜਿਹੜੀ ਅਪਰੋਚ ਹੈਗੀ ਹੈ ਪੁਲਿਸ ਦੀ, ਬਿਲਕੁਲ ਬਦਨਾਮ ਕਰਨ ਵਾਲੀ ਹੈ। ਜੇ ਪੰਜਾਬ ਪੁਲਿਸ ਚਾਹੁੰਦੀ ਹੈ
ਜੇ ਪੰਜਾਬ ਪੁਲਿਸ ਨੂੰ ਇਹ ਤਾਂ ਪਤਾ ਹੈਗਾ ਵੀ ਕਿਹੜਾ ਨਸ਼ਾ ਕਿੱਥੇ ਵਿਕਦਾ ਹੈ, ਤੇ ਜਿਹੜੇ ਵੱਡੇ ਵੱਡੇ ਜਿਨ੍ਹਾਂ ਕੋਲ ਵੱਡੇ ਵੱਡੇ ਜ਼ਖੀਰੇ ਨੇ ਨਸ਼ੇ ਦੇ, ਉਹ ਅਜੇ ਤੱਕ ਇਹਨਾਂ ਨੇ ਪਿਛਲੇ ਲੰਬੇ ਸਮੇਂ 'ਚ ਕੋਈ ਵੀ ਅਰੈਸਟ ਨਹੀਂ ਕੀਤਾ ਹੈ। ਇਹ ਗ੍ਰਾਮਾਂ ਵਾਲੇ ਬੰਦੇ ਤਾਂ ਫੜ ਲੈਂਦੇ ਨੇ, ਜਿੱਥੋਂ ਜਿਹੜੇ ਐਡੇ ਐਡੇ ਵੱਡੇ ਜ਼ਖੀਰੇ ਆ ਰਹੇ ਨੇ, ਜਿਹੜੇ ਵੇਚ ਰਹੇ ਨੇ, ਜਦੋਂ ਇਨਵੈਸਟੀਗੇਸ਼ਨ ਉਹਨਾਂ ਤੱਕ ਪਹੁੰਚਦੀ ਹੈ ਤੇ ਸਾਰਾ ਕੁਝ ਬੰਦ ਹੋ ਜਾਂਦਾ ਹੈ।